ਬੱਚਿਓ ਅੱਜ ਦੇ ਐਮਏ ਫਸਟ ਸਮੈਸਟਰ ਦੇ ਇਸ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਲਾਈਵ ਕਲਾਸ ਦੇ ਵਿੱਚ ਜਿਹੜੇ ਸ਼ਕਤੀ ਦੇ ਵੱਖ-ਵੱਖ ਆਯਾਮ ਹੈ ਉਹਨਾਂ ਉੱਤੇ ਚਰਚਾ ਵੀ ਕੀਤੀ ਸੀ ਅਤੇ ਉਹਨਾਂ ਨੂੰ ਅਸੀਂ ਜਿਹੜਾ ਲਿਖਿਆ ਵੀ ਸੀ। ਤੇ ਅੱਜ ਦਾ ਜਿਹੜਾ ਸਾਡਾ ਲੈਕਚਰ ਹੈ ਇਹਦੇ ਵਿੱਚ ਜਿਹੜੇ ਪਾਵਰ ਦੇ ਨਾਲ ਸੰਬੰਧਿਤ ਜਾਂ ਸ਼ਕਤੀ ਦੇ ਨਾਲ ਸੰਬੰਧਿਤ ਹੋਰ ਜਿਹੜੇ ਵਿਚਾਰ ਹੈਗੇ ਆ ਉਹਦਾ ਬਾਰੇ ਅਸੀਂ ਜਿਹੜੀ ਹੈ ਚਰਚਾ ਕਰਾਂਗੇ। ਜਿੱਦਾਂ ਸ਼ਕਤੀ ਪ੍ਰਭਾਵ ਦੇ ਰੂਪ 'ਚ, ਸ਼ਕਤੀ ਜ਼ੋਰ ਜ਼ਬਰ ਦੇ ਰੂਪ 'ਚ, ਸ਼ਕਤੀ ਪ੍ਰਭੁਤਵ ਦੇ ਰੂਪ ਦੇ ਵਿੱਚ, ਫਿਰ ਜਿਹੜੀ ਸ਼ਕਤੀ ਹੈ ਉਹਦੇ ਜਿਹੜੇ ਵੱਖ-ਵੱਖ ਜਿਹੜੇ ਸਿਧਾਂਤ ਹੈ ਉਹਨਾਂ ਉੱਤੇ ਵੀ ਜਿਹੜੀ ਅਸੀਂ ਜਿਹੜੀ ਹੈਗੀ ਚਰਚਾ ਆਉਣ ਵਾਲੇ ਲੈਕਚਰਸ ਦੇ ਵਿੱਚ ਜਿਹੜੀ ਹੈ ਉਹ ਕਰਾਂਗੇ। ਸੋ ਮੈਂ ਅੱਜ ਦਾ ਆਪਣਾ ਲੈਕਚਰ ਜਿਹੜਾ ਹੈ ਸ਼ੁਰੂ ਕਰਦਾ ਹਾਂ। ਤੁਹਾਡੇ ਨਾਲ ਇੱਕ ਡਾਕੂਮੈਂਟ ਜਿਹੜਾ ਹੈ ਉਹ ਸ਼ੇਅਰ ਕਰਨ ਲੱਗਾ ਹੈ। तो मैं डॉक्यूमेंट शेयर कर रहा ਇਹਦੇ ਵਿੱਚ ਜਿਹੜਾ ਹੈਗਾ ਹੈ ਸ਼ਕਤੀ ਅਤੇ ਪ੍ਰਭਾਵ ਦੀਆਂ ਪਰਿਭਾਸ਼ਾਵਾਂ ਉੱਤੇ ਜਿਹੜਾ ਰੋਸ਼ਨੀ ਜਿਹੜੀ ਹੈ ਉਹ ਪਾਈ ਗਈ। ਠੀਕ ਹੈ, ਹੁਣ ਮੈਂ ਤੁਹਾਨੂੰ ਅੱਗੇ ਵੀ ਜਿਹੜਾ ਹੈਗਾ ਦੱਸ ਚੁੱਕਾ ਕਈ ਵਾਰੀ ਕਿ ਸ਼ਕਤੀ ਕੀ ਹੁੰਦੀ ਹੈ। ਸ਼ਕਤੀ ਇੱਕ ਤਰ੍ਹਾਂ ਦੀ ਯੋਗਤਾ ਕਿਹਦੀ, ਇੱਕ ਵਿਅਕਤੀ ਦੀ ਦੂਜੇ ਵਿਅਕਤੀ ਤੋਂ ਡਿਜ਼ਾਇਰਡ ਆਊਟਕਮ ਕਰਾਉਣ। ਠੀਕ ਹੈ, ਦ ਐਬਿਲਿਟੀ ਆਫ ਵਨ ਪਰਸਨ or a department in an organization to influence other people to bring about desired outcome। मतलब ਜਿਹੜੇ ਡਿਜ਼ਾਇਰਡ अगर ਅਸੀਂ ਨਤੀਜੇ ਲੈਣੇ ਹੈ ਤਾਂ अगर जिस व्यक्ति ਕੋਲ ਯੋਗਤਾ ਹੈ ਉਹੀ ਦੂਸਰੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ। ਔਰ ਜਿਸ ਵਿਅਕਤੀ ਕੋਲ ਸੱਤਾ ਹੈ, ਜਿੱਦਾਂ ਸਰਕਾਰ ਕੋਲ ਸੱਤਾ ਹੁੰਦੀ ਹੈ तो सरकार जोड़ा है अगर उसने अपना कोई काम करवाना है व्यक्तियों या व्यक्तियों प्रभावित करना है तो वो जोड़ा है प्रभुत्व का एलीमेंट या कोवर्जन पार्ट भी जोड़ा वो थ्रू भी जोर जबर के थ्रू भी अपनी गल मनवा सकती है या किसी कानून जोड़ा है लागू कर सकती है। हुण जदों असी पावर एज इन्फ्लुएंस या शक्ति में प्रभाव के रूप के पढ़ते हैं या इसका अध्ययन करते हैं तो वो एक जी महत्वपूर्ण गल है ये उत्ते रॉबर्ट डहल एक विचारक हुए ने, अमेरिकन पोलिटिकल साइंटिस्ट ने, इन्होंने एक पुस्तक लिखी सी मॉडर्न पोलिटिकल एनालिसिस। मॉडर्न पोलिटिकल एनालिसिस के उन्होंने पावर और जी इन्फ्लुएंस है या प्रभाव है या राजनीतिक प्रणाली की उन्होंने परिभाषा दी है। और वो जोड़ा रॉबर्ट डहल है वो ये कहता है कि राजनीतिक प्रणाली जी है एक की है एक इहो जिहा नमूना है जिहदे विच असी जिहड़ा हैगा है शक्ति, ठीक है, प्रभाव, सत्ता का अध्ययन करते। ठीक है, सो जिहड़ा रॉबर्ट डहल की परिभाषा है वो आप डिस्कस करांगे। पहले इत्थे पोलिटिकल सिस्टम इज़ ए परसिस्टेंट पैटर्न ऑफ ह्यूमन रिलेशनशिप इवॉल्विंग टू ए सिग्निफिकेंट एक्सटेंट कंट्रोल, इन्फ्लुएंस, पावर एंड अथॉरिटी। सो पावर की परिभाषा असीं देखी, असीं जिहड़ी है प्रभाव की परिभाषा देखांगे। द इफेक्ट ऑफ पर्सनस एक्शन have on the attitudes, values, beliefs and actions। इत्थे मैं तुहानूं गल एक बड़ी सरल जी जी एग्जाम्पल है या एक बड़ी सरल जी परिस्थिति के नाल जिहड़ा इहदा मूल्यांकन आपां करांगे। हुण जिहड़ा रॉबर्ट डहल है उन्हें प्रभाव नूं एक लोकतंत्री तरीका मिलता वो जोड़ा कवर्जन है या जोड़ा जोर जबर जिन्होंने कहने उन्होंने एक लोकतंत्री तरीका नहीं। दूसरी गल, मान लो कोई रिलीजियस लीडर है या कोई बाबा है डेरे का, ठीक है, उन्होंने लोग क्यों मनते या डेरे में राधा स्वामी जी का ब्यास, सत्संग ब्यास है या फिर होर कई डेरे है पंजाब के, उन्होंने लोग जोड़े फॉलो क्यों करते।
क्योंकि लोग ਜਿਹੜੇ ਹੈ ਉਹਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦੇ, ਉਹਨਾਂ ਰਿਲੀਜੀਅਸ ਲੀਡਰਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦੇ ਆ ਔਰ ਉਹ ਆਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਕੇ ਜਿਹੜੀ ਡਿਜ਼ਾਇਰਡ ਆਊਟਕਮ ਕੱਢਣਾ ਚਾਹੁੰਦਾ ਹੁੰਦਾ ਉਹ ਲੈਂਦਾ। ਠੀਕ ਹੈ, ਜਿਹੜਾ ਟੀਚਾ ਉਹ ਪੂਰਾ ਕਰਨਾ ਚਾਹੁੰਦਾ ਹੁੰਦਾ, ਅਗਰ ਉਹ ਮੰਨ ਲਓ ਉਹਨੇ ਕੋਈ ਸਮਾਜਿਕ ਭਲਾਈ ਦਾ ਕੰਮ ਕਰਨਾ ਜਾਂ ਉਹਨੇ ਧਾਰਮਿਕ ਕੋਈ ਉਹਦਾ ਟੀਚਾ ਹੈ ਜਾਂ ਉਹਦਾ ਕੋਈ ਸਮਾਜਿਕ ਟੀਚਾ ਹੈ ਜਾਂ ਉਹਦਾ ਕੋਈ ਆਰਥਿਕ ਟੀਚਾ ਹੈ, ਤਾਂ ਉਹ ਉਹਦੇ ਕੋਲ ਐਬਿਲਿਟੀ ਹੈ, ਯੋਗਤਾ ਹੈ ਪ੍ਰਭਾਵਿਤ ਕਰਨ ਦੀ, ਤਾਂ ਹੀ ਉਹ ਜਿਹੜਾ ਹੈਗਾ ਉਹ ਪ੍ਰਭਾਵਿਤ ਜਿਹੜਾ ਹੈ ਉਹ ਕਰ। ਸੋ ਉਹ ਇਸੇ ਕਰਕੇ ਜਦੋਂ ਅਸੀਂ ਪ੍ਰਭਾਵ ਨੂੰ ਪਰਿਭਾਸ਼ਿਤ ਕਰਦੇ ਹਾਂ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਹੁੰਦੀਆਂ। ਵਿਅਕਤੀ ਦਾ ਜਿਹੜਾ ਐਟੀਟਿਊਡ ਹੈ ਜਾਂ ਵਿਵਹਾਰ ਹੈ ਉਹ ਪ੍ਰਭਾਵਿਤ ਹੁੰਦਾ। ਫਿਰ ਵਿਅਕਤੀ ਦੇ ਜਿਹੜੇ ਮੁੱਲ ਹੈ ਉਹ ਪ੍ਰਭਾਵਿਤ ਹੁੰਦੇ। ਮੰਨ ਲਓ ਇੱਕ ਵਿਅਕਤੀ ਹੈ ਉਹ ਮੰਦਰ ਨਹੀਂ ਜਾਂਦਾ, ਠੀਕ ਹੈ, ਉਹ ਅਗਰ ਇਹੋ ਜਿਹੇ ਗੁਰੂ ਦੇ ਪ੍ਰਭਾਵ ਅਧੀਨ ਆਉਂਦਾ ਹੈ ਜਿਹੜਾ ਕਹਿੰਦਾ ਹੈ ਕਿ ਮੰਦਰ ਜਾਣਾ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ, ਉਹਦੇ ਨਾਲ ਤੁਹਾਨੂੰ ਜਿਹੜਾ ਹੈ ਮਨ ਦੀ ਜਿਹੜੀ ਹੈ ਸ਼ਾਂਤੀ ਜਿਹੜੀ ਹੈ ਉਹ ਮਿਲਦੀ ਹੈ, ਜਿਹੜਾ ਤੁਹਾਡਾ ਮਨ ਹੈ ਉਹ ਸਥਿਰ ਹੁੰਦਾ ਹੈ, ਤਾਂ ਉਹ ਜਿਹੜੀ ਗੱਲ ਕਰ ਰਿਹਾ ਹੈ ਲੋਕ ਉਸ ਗੱਲ 'ਤੇ ਜਿਹੜਾ ਹੈਗਾ ਵਿਸ਼ਵਾਸ ਕਰਦੇ, ਉਸ ਗੱਲ ਨੂੰ ਮੰਨਦੇ। ਸੋ ਇਹ ਕਿਉਂ ਹੋਇਆ? ਕਿਉਂਕਿ ਉਹਦੇ ਕੋਲ ਯੋਗਤਾ ਹੈ ਮੰਨਣ ਜਾਂ ਉਹਦੇ ਕੋਲ ਯੋਗਤਾ ਹੈ ਮੰਨਵਾਉਣ। ਠੀਕ ਹੈ, ਹੁਣ ਵੈਲਿਊਜ਼ ਆਪਾਂ ਕਹਿੰਦੇ ਮੁੱਲ। ਸੋ ਇੱਦਾਂ ਦੀ ਵਿਵਸਥਾ ਜਿਹੜੀ ਹੈ ਇੱਕ ਤਰ੍ਹਾਂ ਦੇ ਮੁੱਲ ਨਿਰਮਾਣ ਦਾ ਕੰਮ ਵੀ ਜਿਹੜਾ ਹੋ ਰਿਹਾ। ਫਿਰ ਲੋਕ ਜਿਹੜੇ ਆ ਉਹਦੇ ਵਿੱਚ ਜਿਹੜਾ ਹੈ ਵਿਸ਼ਵਾਸ ਰੱਖਦੇ। ਹੁਣ ਜੇ ਆਪਾਂ ਧਰਮ ਦੀ ਪਰਿਭਾਸ਼ਾ ਲਈਏ ਤੇ ਧਰਮ ਦੀ ਪਰਿਭਾਸ਼ਾ ਕੀ ਹੈ? ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਜਾਂ ਕਿਸੇ ਚੀਜ਼ ਨੂੰ ਮੰਨਦੇ ਆ, ਜਿਸ ਚੀਜ਼ 'ਚ ਤੁਸੀਂ ਵਿਸ਼ਵਾਸ ਰੱਖਦੇ ਆ ਔਰ ਉਹਨੂੰ ਅਸੀਂ ਜਦੋਂ ਮੰਨਦੇ ਆ ਉਹਨੂੰ ਅਸੀਂ ਧਰਮ ਕਹਿੰਦੇ। ਠੀਕ ਹੈ, ਸੋ ਉਹ ਜਿਹੜਾ ਰਿਲੀਜੀਅਸ ਲੀਡਰ ਹੈ ਜਿਹੜੇ ਉਹਦੇ ਐਕਸ਼ਨਸ ਹੈਗੇ ਆ ਉਹ ਦੂਜਿਆਂ ਨੂੰ ਪ੍ਰਭਾਵਿਤ ਕਰਦੇ। ਸੋ ਉਹਦੇ ਰਾਹੀਂ ਜਿਹੜਾ ਹੈ ਉਹ ਲੋਕਾਂ ਦੇ ਵਿਵਹਾਰ ਨੂੰ ਜਿਹੜਾ ਹੈ ਉਹ ਪ੍ਰਭਾਵਿਤ ਕਰਦਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜਾ ਇਸ ਐਗਜ਼ਾਮਪਲ ਨਾਲ ਇਹ ਚੀਜ਼ ਜਿਹੜੀ ਹੈ ਸਮਝ ਜਿਹੜੀ ਹੈ ਉਹ ਆ ਗਈ। ਫਿਰ ਇੱਥੇ ਆਪਾਂ ਹੁਣ ਰੋਬਰਟ ਡਾਹਲ ਨੇ ਕੀ ਕਿਹਾ ਉਹਦੀ ਜਿਹੜੀ ਹੈ ਗੱਲ ਕਰਾਂਗੇ। ਹੁਣ ਰੋਬਰਟ ਡਾਹਲ ਨੇ ਆਪਣੀ ਜਿਹੜੀ ਪੁਸਤਕ ਹੈਗੀ ਹੈ ਮਾਡਰਨ ਪੋਲੀਟੀਕਲ ਐਨਾਲਿਸਿਸ, ਆਧੁਨਿਕ ਰਾਜਨੀਤਿਕ ਵਿਸ਼ਲੇਸ਼ਣ, ਜਿਹੜੀ ਕਿ ਉਸਨੇ 1960 ਦੇ ਦਸ਼ਕ ਦੇ ਵਿੱਚ ਜਿਹੜੀ ਹੈ ਉਹ ਲਿਖੀ ਸੀ। ਹੁਣ ਰੋਬਰਟ ਡਾਹਲ ਨੂੰ ਮੈਂ ਇੱਥੇ ਜਿਹੜਾ ਹੈਗਾ ਕੋਟ ਕਰਨ ਲੱਗਾ। ਰੋਬਰਟ ਡਾਹਲ ਕਹਿੰਦਾ ਹੈ, ਰੋਬਰਟ ਡਾਹਲ ਨੇ ਸ਼ਕਤੀ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਲਿਖਿਆ ਹੈ ਕਿ ਇੱਕ ਵਿਅਕਤੀ ਪੂਰਾ ਦੂਜੇ ਵਿਅਕਤੀ ਐੜੇ ਨੂੰ ਆਪਣੀ ਯੋਗਤਾ ਅਤੇ ਸਮਰੱਥਾ ਦੇ ਆਧਾਰ 'ਤੇ ਇਹੋ ਜਿਹਾ ਕੰਮ ਕਰਵਾ ਸਕਦਾ ਹੈ ਜਿਹੜਾ ਦੂਜਾ ਵਿਅਕਤੀ ਭਾਵ ਐੜਾ ਕਰਨ ਦਾ ਚਾਹਵਾਨ ਨਹੀਂ ਹੁੰਦਾ। ਠੀਕ ਹੈ ਜੀ, ਮੰਨ ਲਓ ਉਹ ਕੀ ਕਹਿ ਰਿਹਾ ਹੈ ਕਿ ਊੜਾ ਦੂਜੇ ਵਿਅਕਤੀ ਐੜਾ ਨੂੰ, ਜਿਹੜਾ ਊੜਾ ਵਿਅਕਤੀ ਹੈ, ਠੀਕ ਹੈ, ਅਗਰ ਊੜਾ ਵਿਅਕਤੀ ਦੇ ਵਿੱਚ ਯੋਗਤਾ ਹੈ ਕਿਸੇ ਨੂੰ ਪ੍ਰਭਾਵਿਤ ਕਰਨ ਦੀ, ਕਿਹਨੂੰ? ਐੜਾ ਵਿਅਕਤੀ, ਠੀਕ ਹੈ ਜੀ, ਪਰ ਐੜਾ ਵਿਅਕਤੀ ਉਹ ਕੰਮ ਨਹੀਂ ਕਰਨਾ ਚਾਹੁੰਦਾ, ਪਰ ਉਹਦੇ ਕੋਲ ਯੋਗਤਾ ਹੈ, ਊੜਾ ਵਿਅਕਤੀ ਕੋਲ ਯੋਗਤਾ ਹੈ ਕਿ ਉਹ ਆਪਣੀ ਯੋਗਤਾ ਰਾਹੀਂ ਉਸ ਨੂੰ ਪ੍ਰਭਾਵਿਤ ਕਰ ਲੈਂਦਾ ਹੈ ਔਰ ਉਸ ਨੂੰ ਉਹ ਕੰਮ ਕਰਵਾਉਣ ਲਈ ਮਜਬੂਰ ਜਿਹੜਾ ਹੈ ਕਰਦਾ। ਠੀਕ ਹੈ ਜੀ, ਸੋ ਇਹਦਾ ਕੀ ਮਤਲਬ ਹੋਇਆ ਕਿ ਚਾਹੇ ਜਿਹੜਾ ਐੜਾ ਵਿਅਕਤੀ ਹੈ ਉਹ ਕੰਮ ਕਰਨ ਦਾ ਜਿਹੜਾ ਹੈਗਾ ਉਹ ਚਾਹਵਾਨ ਨਹੀਂ ਹੈ ਉਹ ਕੰਮ ਕਰਨ ਦਾ, ਪਰ ਉਸ ਵਿਅਕਤੀ ਤੋਂ ਇੰਨਾ ਜ਼ਿਆਦਾ ਜਿਹੜਾ ਹੈਗਾ ਪ੍ਰਭਾਵਿਤ ਹੋ ਗਿਆ ਕਿ ਉਹਨੇ ਜਿਹੜਾ ਹੈ ਜੋ ਉਹਨੂੰ ਡਿਜ਼ਾਇਰਡ ਆਊਟਕਮ ਚਾਹੀਦੀ ਸੀਗੀ
ਕੂੜਾ ਵਿਅਕਤੀ ਨੂੰ ਨਹੀਂ ਮਿਲੇ, ਕਿਉਂਕਿ ਉਹ ਪ੍ਰਭਾਵਿਤ ਹੋ ਤਾਂ ਹੀ ਜਿਹੜਾ ਆ ਉਹਨੇ ਜਿਹੜਾ ਉਹ ਕੰਮ ਕਰਦਾ। ਹੁਣ ਇਸ ਪੁਸਤਕ ਦੇ ਵਿੱਚ ਜਿਹੜਾ ਰੋਬਰਟ ਡਾਹਲ ਹੈ, ਉਹਨੇ ਬਲ ਪ੍ਰਯੋਗ, ਦਬਾਅ ਪ੍ਰਯੋਗ, ਡਰ ਤਾਂ ਹੁੰਦਾ ਹੀ ਹੈ, ਪਰ ਇਸ ਦੀ ਵਰਤੋਂ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕਿ ਘੱਟ ਸ਼ਕਤੀ ਪ੍ਰਾਪਤ ਵਿਅਕਤੀ ਸ਼ਕਤੀ ਪਾਰਕ ਵਿਅਕਤੀ ਦੇ ਆਦੇਸ਼ ਮੰਨਣ ਦਾ ਇਨਕਾਰ ਕਰਦਾ ਹੈ। ਹੁਣ ਇਹ ਜਿਹੜੀ ਚੀਜ਼ ਆ ਜਾਂ ਇਹ ਜਿਹੜੀ ਤੁਸੀਂ ਕਹਿ ਲਓ ਸਟੇਟਮੈਂਟ ਹੈ, ਇਹਨੂੰ ਬਹੁਤ ਈਜ਼ੀਲੀ ਜਿਹੜਾ ਮੈਂ ਤੁਹਾਨੂੰ ਐਕਸਪਲੇਨ ਕਰਕੇ ਦੱਸ ਸਕਦਾ। ਜਿੱਦਾਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਮੰਨ ਲਓ ਸਰਕਾਰ ਕੋਈ ਕਾਨੂੰਨ ਬਣਾਉਂਦੀ, ਠੀਕ ਹੈ, ਉਹ ਕਾਨੂੰਨ ਜਿਹੜਾ ਹੈਗਾ ਵਿਧਾਨ ਮੰਡਲ 'ਚ ਪਾਸ ਹੁੰਦਾ, ਉਸ ਤੋਂ ਬਾਅਦ ਉਹਨੂੰ ਲਾਗੂ ਕੀਤਾ ਜਾਂਦਾ। ਕਾਰਜਪਾਲਿਕਾ ਦੇ ਵਿਧਾਨ ਮੰਡਲ ਕਾਰਜਪਾਲਿਕਾ ਉਹਨੂੰ ਲਾਗੂ ਕਰਨ ਦਾ ਜਿਹੜਾ ਕੰਮ ਕਰਦਾ, ਠੀਕ ਹੈ। ਜਦੋਂ ਉਹ ਕਾਨੂੰਨ ਜਿਹੜਾ ਹੈਗਾ ਆ ਉਹ ਲਾਗੂ ਹੋ ਗਿਆ, ਪਹਿਲੇ ਤਾਂ ਜਿਹੜੀ ਸਰਕਾਰ ਹੈ ਉਸ ਕਾਨੂੰਨ ਬਾਰੇ ਲੋਕਾਂ ਨੂੰ ਜਿਹੜਾ ਜਾਗਰੂਕ ਕਰੇਗੀ, ਲੀਨੀਅੰਟ ਰਹੇਗੀ। ਮਤਲਬ ਕਿ ਉਹ ਵੱਖ-ਵੱਖ ਜਿਹੜੇ ਮਾਧਿਅਮ ਹੈ ਉਹਨਾਂ ਰਾਹੀਂ ਜਿਹੜਾ ਲੋਕਾਂ ਨੂੰ ਕਹੇਗੀ ਕਿ ਤੁਸੀਂ ਇਹ ਅਸੀਂ ਕਾਨੂੰਨ ਬਣਾਇਆ, ਇਹਦੇ ਫਾਇਦੇ ਆ, ਇਹਦੇ ਇਹ ਨੁਕਸਾਨ ਆ, ਜਾਂ ਇਹਦੇ ਇਹ ਫਾਇਦੇ ਹੋ ਸਕਦੇ ਆ, ਜਾਂ ਇਹਦੇ ਇਹ ਨੁਕਸਾਨ ਹੋ ਸਕਦੇ ਆ। ਸੋ ਉਹਨੂੰ ਸਮਝਾਉਂਦੇ ਤਾਂ ਕੁਛ ਲੋਕ ਜਿਹੜੇ ਪ੍ਰਭਾਵਿਤ ਹੋ ਜਾਂਦੇ ਆ ਤਾਂ ਉਹ ਕਾਨੂੰਨ ਮੰਨਣਾ ਜਿਹੜਾ ਸ਼ੁਰੂ ਕਰ ਦਿੰਦੇ। ਹੁਣ ਜਿਹੜੇ ਲੋਕ ਉਸ ਕਾਨੂੰਨ ਦੀ ਜਿਹੜੀ ਹੈ ਪਾਲਣਾ ਨਹੀਂ ਕਰਨਾ ਚਾਹੁੰਦੇ, ਉਹ ਕੀ ਕਰਦੇ? ਫਿਰ ਸਰਕਾਰ ਕੀ ਕਰਦੀ? ਅਲਟੀਮੇਟਲੀ ਅਵੇਅਰਨੈਸ ਜਦੋਂ ਪਾਠ ਖਤਮ ਹੋ ਜਾਂਦਾ ਹੈ, ਫਿਰ ਜਿਹੜੀ ਸਰਕਾਰ ਹੈ ਡੰਡੇ ਦੇ ਨਾਲ ਉਸ ਕਾਨੂੰਨ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਦੀ। ਸੋ ਇਹੀ ਰੋਬਰਟ ਡਾਹਲ ਕਹਿ ਰਿਹਾ ਕਿ ਜਿਹਦੇ ਕੋਲ ਸ਼ਕਤੀ ਨਹੀਂ ਹੁੰਦੀ ਔਰ ਜਿਹਦੇ ਕੋਲ ਸ਼ਕਤੀ ਹੁੰਦੀ ਹੈ, ਠੀਕ ਹੈ, ਜੇ ਉਹ ਵਿਅਕਤੀ ਸ਼ਕਤੀ ਪਾਰਕ ਵਿਅਕਤੀ ਦੀ ਗੱਲ ਨਹੀਂ ਮੰਨਦਾ, ਠੀਕ ਹੈ, ਸ਼ਕਤੀ ਪਾਰਕ ਵਿਅਕਤੀ ਮਤਲਬ ਸਰਕਾਰ ਦੀ ਉਹ ਗੱਲ ਨਹੀਂ ਮੰਨਦਾ ਤਾਂ ਸਰਕਾਰ ਜਿਹੜਾ ਹੈ ਉਹ ਡੰਡੇ ਦੇ ਜ਼ੋਰ ਨਾਲ ਉਹ ਗੱਲ ਮੰਨਵਾਉਂਦੀ। ਮੰਨ ਲਓ ਹੁਣ ਕਾਰ ਵਿੱਚ ਅਸੀਂ ਜਾ ਰਹੇ ਹਾਂ ਤਾਂ ਕਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ 4 ਪਹੀਆ ਵਾਹਨ ਜਿਹੜੇ ਹੈਗੇ ਆ ਉਹਦੇ ਵਿੱਚ ਜਿਹੜੀ ਸੀਟ ਬੈਲਟ ਹੈ ਉਹ ਲਾਉਣੀ ਬਹੁਤ ਜ਼ਰੂਰੀ ਹੈ। ਅਗਰ ਅਸੀਂ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਐਕਸੀਡੈਂਟ ਦੀ ਸੂਰਤ ਦੇ ਵਿੱਚ ਜਿਹੜਾ ਹੈਗਾ ਸਾਡੇ ਸਿਰ 'ਤੇ ਸੱਟ ਲੱਗ ਸਕਦੀ ਹੈ ਔਰ ਹੋਰ ਕਈ ਸਾਨੂੰ ਹਾਨੀਆਂ ਜਿਹੜੀਆਂ ਹੋ ਸਕਦੀਆਂ। ਸੋ ਇਸ ਕਾਨੂੰਨ ਨੂੰ ਪਹਿਲੇ ਇਸ ਬਾਰੇ ਲੋਕਾਂ ਨੂੰ ਕਾਫੀ ਦੇਰ ਤੱਕ ਜਿਹੜੀ ਸਰਕਾਰ ਸੀ, ਕੇਂਦਰੀ ਸਰਕਾਰ ਵੀ ਔਰ ਜਿਹੜੀਆਂ ਪ੍ਰਾਂਤੀ ਸਰਕਾਰਾਂ ਵੀ ਸੀਗੀਆਂ, ਉਹ ਜਿਹੜੀਆਂ ਸੀਗੀਆਂ ਉਸ ਨੂੰ ਪ੍ਰਚਾਰ ਰਾਹੀਂ ਜਿਹੜਾ ਲੋਕਾਂ ਨੂੰ ਦੱਸਦੀ ਰਹੀ ਤੁਸੀਂ ਤੁਹਾਨੂੰ ਇਹ ਕੰਮ ਜਿਹੜਾ ਹੈਗਾ ਉਹ ਕਰਨਾ ਚਾਹੀਦਾ। ਪਰ ਜਿਹੜੇ ਲੋਕ ਹੈ ਉਹ ਇਸ ਗੱਲ ਨਾਲ ਮਤਲਬ ਇਸ ਗੱਲ ਨੂੰ ਨਹੀਂ ਮੰਨਿਆ, ਲੋਕਾਂ ਨੇ ਹੱਲੇ ਵੀ ਨਹੀਂ ਮੰਨ ਰਹੇ ਲੋਕ। तो सरकार ने फिर की फाइन करना शुरू कर दिता, हैवी फाइन। ਹੁਣ ट्रैफिक रूल्स का पालन कराने वास्ते पिछे जो केंद्रीय सरकार सी उन्हें जी चलान की अमाउंट सी वो भी बढ़ाई। मान लो अगर तुम सीट बेल्ट नहीं लाई तो तुम्हें 2000 रुपये चलान, अगर तुम हैलमेट नहीं पाई 1000 रुपये तुम्हें चलान। सो कहने का मतलब है हूँ की है लोगों ने जोड़े है वो डर के नाल जो उस कानून को मनना शुरू किया। लोग हैलमेट पिछे जे तुहानूं पता जो कोविड अपनी चरम सीमा पर सीगा तो सरकार ने मास्क पाना भी जोड़ा है वो जरूरी कर दिता। हुण तुसीं देखिया होना जोड़े साडे भूतपूर्व मुख्यमंत्री से पंजाब कैप्टन अमरिंदर सिंह और बार बार टीवी ते आते थे और लोगों को ये जोड़ा है दसते सी कि मास्क पाओ, ये मास्क पाने के फायदे की है। अगर तुम मास्क नहीं पाते, अगर तुम मास्क पाते हो तो तुम 75% जोड़ा है कोविड तो जोड़ा है वो बच जाते, अगर नहीं पाते तो तुम कोविड का जोड़ा शिकार हो सकते हो और थोड़ी जान भी जोड़ी है वो जा सकती है। सो पहले तो इस चीज़ को बड़ा प्रचार है, प्रधानमंत्री ने भी कई बार जोड़ा है मतलब इस चीज़ को जोड़ा मुढ़ले रूप के किया, वो हले भी कह रहे प्रचार तो चल ही रहा है। पर उहदे नाल जो मतलब सरकार ने फिर की फाइन करना शुरू कर दिया लोगों को कि अगर तुम मास्क नहीं पाते तो तुहानूं 500 रुपये जो है फाइन होगा। फिर लोगों ने मास्क पाने डर दे नाल जो लोग प्रभावित
ਪ੍ਰਭਾਵਿਤ ਨਹੀਂ ਹੋਏ। ਡਰ ਦੇ ਨਾਲ ਉਹਨਾਂ ਨੇ ਗੱਲ ਜਿਹੜੀ ਆ ਉਹ ਜਿਹੜਾ ਕੋਈ ਸ਼ਕਤੀ ਵਿਅਕਤੀ ਹੈ ਜਿਹਦੇ ਕੋਲ ਸੱਤਾ ਜਾਂ ਸ਼ਕਤੀ ਹੈ ਉਹਦੀ ਗੱਲ ਜਿਹੜੀ ਸੀਗੀ ਉਹ ਮੰਨਣੀ ਜਿਹੜੀ ਸੀਗੀ ਉਹ ਸ਼ੁਰੂ ਕਰ ਦਿੱਤੀ। ਸੋ ਕਹਿਣ ਦਾ ਇੱਥੇ ਅਰਥ ਇਹ ਹੈ ਕਿ ਜਿਹੜੇ ਲੋਕ ਹੈ ਕਈ ਵਾਰੀ ਡਰ ਦੇ ਨਾਲ ਜਿਹੜਾ ਹੈ ਉਹ ਕਾਨੂੰਨ ਦੀ ਪਾਲਣਾ ਵੀ ਕਰਦੇ। ਠੀਕ ਹੈ। ਸੋ ਬਾਕੀ ਜਿਹੜਾ ਇਹ ਟੌਪਿਕ ਹੈਗਾ ਉਹਨੂੰ ਅਸੀਂ ਕੱਲ੍ਹ ਜਿਹੜਾ ਹੈ ਡਿਸਕਸ ਕਰਾਂਗੇ। ਸੋ ਅੱਜ ਲਈ ਮੈਂ ਇੰਨਾ ਹੀ ਤੁਹਾਨੂੰ ਇਸ ਲੈਕਚਰ ਦੇ ਵਿੱਚ ਜਿਹੜਾ ਹੈ ਔਰ ਮੈਂ ਆਪਣੇ ਇਸ ਲੈਕਚਰ ਨੂੰ ਹੁਣ ਜਿਹੜਾ ਹੈ ਕਰਾਂਗਾ। ਥੈਂਕ ਯੂ।